दोस्तों काफ़ी अरसे दा अध्ययन, काफ़ी अरसे दा अनुभव ते बाबे नानक दा मेरे लहू च बहंदा फलसफा, पंजाब मॉडल दा 13-13-13 तोलन वाला आधार है। Fight for the poorest of the poor, who are the most ignored, and the rights they deserve. ਉਹਨਾਂ ਦੇ ਅਧਿਕਾਰ ਜਿਹੜੇ ਉਹ ਡਿਜ਼ਰਵ ਕਰਦੇ ਆ। ਅੱਜ ਦਾ ਮੁੱਦਾ ਉਹਨਾਂ ਨੂੰ ਟੱਚ ਕਰਦਾ ਹੈ ਔਰ ਕਤਾਰ ਦੇ ਵਿੱਚ ਅਖੀਰ ਦੇ ਵਿੱਚ ਖੜੇ ਬੰਦੇ ਦੀ ਗੱਲ ਕਰਦਾ। ਮੈਂ ਸੋਚਦਾ ਕਿ ਪੰਜਾਬ ਮਾਡਲ ਦਾ ਕੋਈ ਵੀ ਨੀਤੀਬੱਧ ਯੋਜਨਾਬੱਧ ਤਰੀਕਾ ਜਿਹੜਾ ਹੈਗਾ ਉਹ ਗਰੀਬ ਤੋਂ ਗਰੀਬ ਨੂੰ ਕਿੱਦਾਂ ਇਨਫਲੂਐਂਸ ਕਰਦਾ, ਉਹਦੀ ਜ਼ਿੰਦਗੀ ਨੂੰ ਕਿਸ ਤਰੀਕੇ ਦੇ ਨਾਲ ਤਬਦੀਲ ਕਰਦਾ। ਮੈਂ ਖੇਤ ਮਜ਼ਦੂਰਾਂ ਦੀ ਗੱਲ ਕੀਤੀ, ਮੈਂ ਕੰਸਟਰਕਸ਼ਨ ਪੱਲੇਦਾਰ ਮਜ਼ਦੂਰ ਕੱਲ 60 ਤੋਂ 70 ਹਜ਼ਾਰ ਮੋਗੇ ਦੇ ਵਿੱਚ ਮਿਨੀਮਮ, ਕਿਉਂਕਿ ਨਾਲ ਨਾਰਮਲੀ ਕੁਰਸੀਆਂ ਦੇ ਬਣੇ ਉਹ ਜੇ ਸੀ, ਠੀਕ ਹੈ ਜੀ। ਉਹਨਾਂ ਦੀ ਫਰਿਆਦ ਜਿਹੜੀ ਹੈ ਬੜੀ ਦੇਰ ਦੀ, ਉਹਨਾਂ ਦੀ ਜਿਹੜੀ ਮੰਗ ਹੈ, ਉਹਨਾਂ ਦੀ ਜਿਹੜੀ ਡਿਮਾਂਡ ਹੈ, ਮੈਂ ਉਹਨਾਂ ਦੀਆਂ ਗੱਲਾਂ ਸੁਣੀਆਂ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਸਾਡਾ ਜਿਹੜਾ ਅਧਿਐਨ ਹੈ ਪੰਜਾਬ ਮਾਡਲ ਦਾ, ਉਹਦਾ one of the foremost points, one of the biggest points, and I will do it with rationale, reasoning ਦੇ ਨਾਲ ਕਰਾਂਗਾ। The Punjab model will launch urban employment guarantee mission. I repeat, the Punjab model will launch urban employment guarantee mission, right to employment for urban labor. ਜਿਹੜੀ ਸ਼ਹਿਰਾਂ ਦੇ ਵਿੱਚ ਵਸਦੀ ਅਰਬਨ ਲੇਬਰ ਹੈ, ਉਹਦਾ right to employment. There's something like Manrega in the urban areas. Radical, revolutionary employment guarantee even to the unskilled labor in urban areas. ਜਿਹੜੀ unskilled labor ਹੈ ਉਹਨੂੰ ਵੀ employment guarantee. ਇਹਦਾ ਰਾਸ਼ਨਲ ਕੀ ਹੈ? ਇਹ ਕਿਉਂ ਇੰਨੀ ਇੰਪੋਰਟੈਂਟ ਹੈ? ਇਹਦਾ ਰਾਸ਼ਨਲ ਹੈ ਕਿ ਜਿਹੜੀ ਅਰਬਨ ਪਾਵਰਟੀ ਹੈ ਉਹ ਪੰਜਾਬ ਦੇ ਵਿੱਚ ਰੂਰਲ ਪਾਵਰਟੀ ਨਾਲ ਡਬਲ ਹੈ। ਤੁਸੀਂ ਇਸ ਗੱਲ ਨੂੰ ਸਮਝੋ ਕਿ ਇਹ ਜਿਹੜਾ ਅਨੁਭਵ ਇੰਨੇ ਸਾਲਾਂ ਦਾ ਇਹ ਕਿਉਂ ਇਸ ਗੱਲ ਦੀ ਅਹਿਮੀਅਤ ਦੇ ਉੱਤੇ ਜਾਂਦਾ ਹੈ? ਕਿਉਂਕਿ ਅਰਬਨ ਪਾਵਰਟੀ रूरल पॉवर्टी not double है पंजाब, it is double that, and we do not have employment guarantee over here. जड़ी रूरल मनरेगा भी है, क्योंकि मनरेगा है ही रूरल, ਉਹਦੇ ਵਰਕਸ ਨੇ ਕੁਝ ਪੰਜਾਬ ਦੇ ਵਿੱਚ ਉਹ ਪੂਰੀ ਤਰ੍ਹਾਂ ਅਮਲੀ ਜਾਮੇ 'ਚ ਨਹੀਂ ਲਿਆਂਦੇ ਗਏ। ਖਾਸ ਤੌਰ ਤੇ ਜਿਹੜਾ ਸਭ ਤੋਂ ਵੱਡੀ ਅਹਿਮੀਅਤ ਹੈ, क्योंकि डिमांड ड्रिवन है और पंजाब सरकार की पंजी नहीं लगती और सारा कुछ बाहरों आता है। इट इज ऑल डिमांड ड्रिवन। जिन्ना तुसी इंप्लॉयमेंट करते होंगे, जिन्ने यूजर चार्जेस भेजी जाओगे, एकड़ तो थले कोई किसान या खेत मजदूर जदों खेत च जांदा है ਉਹਨੂੰ ਤੁਸੀਂ सम्मान भत्ते ਦੇ तौर ਦੇ ਉੱਤੇ ਮਨਰੇਗਾ ਦੇਣੀ। ਇਹ ਨਹੀਂ ਹੋਇਆ, ਨਾ ਮਾਤਰ ਇਹਦੀ ਕੋਈ ਲਿਮਿਟ ਨਹੀਂ। ਤੁਸੀਂ 2.5 ਏਕੜ ਵਾਲਾ ਕੋਈ ਖੇਤ ਮਜ਼ਦੂਰ ਕੋਈ ਵੀ ਕੰਮ ਕਿਸੇ ਕਿਸਮ ਦਾ ਵੀ ਖੇਤ ਦੇ ਵਿੱਚ ਕਰਵਾ ਕੇ ਉਹਨੂੰ 300 ਰੁਪਏ ਦੇ ਸਕਦੇ। ਇਹਦੇ ਫਰਕ ਵੀ ਬੜਾ ਹੈ। ਜਿਵੇਂ ਇਹ ਪੰਜਾਬ ਦੇ ਵਿੱਚ ਅੱਜ ਵੀ 260 ਤੋਂ 280 ਮਨਰੇਗਾ ਦੀ ਉਹ ਹੈ, ਤੇ ਹਰਿਆਣੇ ਦੇ ਵਿੱਚ ਕਰੀਬ 315 ਹੋ ਚੁੱਕੀ ਹੈ। ਇਹ ਵਧਾਈ ਵੀ ਨਹੀਂ ਗਈ। ਉਹਦੇ ਚ ਸਭ ਤੋਂ ਕੀ ਚੀਜ਼ ਹੈ ਜਿਹੜੀ ਕਿ ਅਣਗੌਲੀ ਗਈ ਹੈ। ਮੈਂ ਅੱਜ ਸਵੇਰੇ ਮਦਨਪੁਰਾ ਚੌਂਕ ਗਿਆ ਸੀ।
ਤੇ ਮੈਂ ਮਦਨਪੁਰਾ ਚੌਂਕ ਵੀ ਗਿਆ, ਪੱਲੇਦਾਰ ਮਜ਼ਦੂਰਾਂ ਦੇ ਕੋਲ ਵੀ ਕੱਲ 50-60 ਹਜ਼ਾਰ ਨਾਲ ਇੰਟਰੈਕਟ ਕੀਤਾ ਤੇ ਮੈਂ ਮੰਡੀਆਂ 'ਚ ਵੀ ਫਿਰਦਾ, ਦਾਣਾ ਮੰਡੀ 'ਚ ਵੀ ਗਿਆ ਤੇ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਤੇ ਮੈਂ ਆਮ ਜਾਂਦਾ ਤੇ ਮੈਂ ਜਦੋਂ ਉੱਥੇ ਪੁੱਛਦਾ ਵੀ ਭਾਈ ਤੁਹਾਡੇ ਕਿੰਨੇ ਦੀ ਰਜਿਸਟ੍ਰੇਸ਼ਨ ਹੋਈ ਹੈ, ਪਿਛਲੇ 25 ਸਾਲਾਂ ਤੋਂ ਅਸੀਂ 1% ਅਮੀਰਾਂ ਨੂੰ ਕਿੰਨਾ ਮੁਨਾਫਾ ਦਿੱਤਾ, ਕਿੰਨਾ ਉਹਨਾਂ ਰੇਤਾ ਖਾਦਾ, ਕਿੰਨਾ ਉਹਨਾਂ ਦਾਰੂ ਪੀਤੀ, ਕਿੰਨਾ ਲੰਘਾ ਗਏ, ਉਸੇ ਦਾ ਜ਼ਿਕਰ ਕਰਦੇ ਆ। ਕਦੇ ਕਿਸੇ ਮਜ਼ਦੂਰ ਦਾ ਜ਼ਿਕਰ ਕੀਤਾ, ਕਿ ਸਰਕਾਰ ਨੇ ਗੱਲ ਕੀਤੀ ਹੈ, ਕਿਹਨੇ ਕਿਹਾ ਕਿ ਕਿੰਨੇ ਪਰਸੈਂਟ ਲੋਕ ਨੇ, ਕਿੰਨੇ ਕੁ ਖੇਤ ਮਜ਼ਦੂਰ ਹੋਣੇ ਪੰਜਾਬ 'ਚ, ਇਨਫਾਰਮਲ ਇਕਨੋਮੀ ਦੇ ਵਿੱਚ ਕਿੰਨੇ ਕੁ ਕੰਸਟਰਕਸ਼ਨ ਵਰਕਰ ਹੋਣੇ, ਕੰਸਟਰਕਸ਼ਨ ਮਜ਼ਦੂਰ, ਕਿੰਨੇ ਕੁ ਪੱਲੇਦਾਰ ਹੋਣੇ। ਇਹ ਸੋਚਿਆ ਅੱਜ ਸਵੇਰੇ ਮਦਨਪੁਰਾ ਚੌਂਕ, ਔਰ ਉਹੀ ਹੈ, ਸਟੈਟਿਕ ਹੈ, ਸਟੈਟਿਕ, ਚਾਹੇ ਉਹ ਮਦਨਪੁਰਾ ਚੌਂਕ ਹੈ, ਚਾਹੇ ਉਹ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਹੈ, ਚਾਹੇ ਦਾਣਾ ਮੰਡੀ ਹੈ ਲੁਧਿਆਣੇ ਦੀ, ਚਾਹੇ ਕੋਈ ਹੋਰ ਥਾਂ ਹੈ, 1% ਰਜਿਸਟ੍ਰੇਸ਼ਨ ਨਹੀਂ ਹੋਈ। ਸੋਚ ਕੇ ਦੇਖੋ, ਅੱਜ ਕਰੀਬ 150 ਬੰਦਿਆਂ 'ਚ ਖੜਾ ਸੀ ਮੈਂ ਪੁੱਛਿਆ ਭਾਈ ਕਿੰਨੇ ਕੁ ਬੰਦੇ ਰਜਿਸਟਰ ਨੇ, ਇੱਕ ਹੱਥ ਖੜਾ ਹੋਇਆ, ਕਰੀਬ 200-300 ਬੰਦੇ ਖੜੇ। ਮੈਂ ਸਾਰਿਆਂ ਨੂੰ ਮਿਲਿਆ, ਤੂੰ ਰਜਿਸਟਰਡ ਨਾ ਜੀ। ਉਹ ਭਾਈ ਲੇਬਰ ਕਾਰਡ ਕਿੰਨੇ ਕੋਲ, ਕਹਿੰਦਾ ਸਾਡੇ ਤੋਂ ਤਾਂ ਪੈਸੇ ਮੰਗਦੇ, ਔਨ ਰਿਕਾਰਡ ਹੈ, ਔਨ ਰਿਕਾਰਡ, मैं वीडियो पाई है, देख लो, it is live, there is nothing concocted in it, ठीक है जी। You can't give government benefits and scheme benefits if you don't know who the recipient is, कौन बंदा recipient is, recipient कौन है, ਤੁਹਾਨੂੰ ਇਸ ਗੱਲ ਦਾ ਇਲਮ ਹੀ ਹੈ ਨਹੀਂ। ਜੇ ਤੁਹਾਨੂੰ ਇਹ ਨਹੀਂ ਪਤਾ ਗਰੀਬ ਕੌਣ ਹੈ, ਤੁਸੀਂ ਭਲਾ ਕਿਵੇਂ ਕਰੋਗੇ ਭਾਈ? कैन यू सर्वे ही नहीं होया अजे तक। भाई सरकार कंस्ट्रक्शन सैस कलैक्ट कर दी, तुम देखा होना कि सरकार ओदा परपज ये है कि वो कंस्ट्रक्शन सैस जिहड़ा है कंस्ट्रक्शन वर्कर नूं देना है। देखो किन्ने नूं दिता है, क्यों? क्योंकि उन्हां दी रजिस्ट्रेशन ही है नहीं। ਜਿਹੜਾ ਸੈਂਟਰ ਗਵਰਨਮੈਂਟ ਦਾ ਵੀ ਫਿਗਰ ਹੈ, ਜਿਹੜੇ ਉਹਨਾਂ ਦੇ ਇੰਚਾਰਜ ਨੇ ਵੈਲਫੇਅਰ ਸਕੀਮਸ ਨੇ, ਉਹ ਕਹਿੰਦੇ ਨੇ 20% ਨਹੀਂ ਹੋਏ। ਤੇ ਜੇ ਤੁਸੀਂ ਉਹਨਾਂ ਨੂੰ ਰਜਿਸਟਰ ਹੀ ਨਹੀਂ ਕੀਤਾ, ਬੜਾ ਸੌਖਾ ਹੈ ਕਹਿਣਾ ਕਿ ਜੀ ਅਸੀਂ ਤਾਂ ਦਿੰਦੇ ਹੀ ਨਹੀਂ। ਕਿਉਂ ਬਈ? ਮੈਨੂੰ ਇਹ ਦੱਸੋ, ਪ੍ਰਾਇੋਰਟੀ ਇਹ ਗਰੀਬ ਹੈ ਕਿ ਕੋਈ ਹੋਰ ਹੈ ਜਿਹਨੂੰ ਤੁਸੀਂ ਦੈੜ ਨੌਕਰੀ ਦਿੰਦੇ ਹੋ, ਜਿਹਨੂੰ ਤੁਸੀਂ ਖਟਾਕ ਦਿੰਦੇ, ਕਹਿੰਦੇ ਹੋ ਆ ਦੇਤਾ ਜੀ, ਇਹਨੂੰ ਆ ਦੇਤਾ ਜੀ, ਇਹਨੂੰ ਆ ਦੇਤਾ ਜੀ। ਜਾਂ ਪੰਜਾਬ ਦੇ 100 ਪਰਿਵਾਰ ਨੇ ਜਿਹੜੇ ਸਾਲ ਦਾ 30-40 ਹਜ਼ਾਰ ਕਰੋੜ ਖਾਂਦੇ, ਫਿਰ ਡਕਾਰ ਵੀ ਨਹੀਂ ਮਾਰਦੇ। ਕੌਣ ਹੈ ਵੀ ਪ੍ਰਾਇੋਰਟੀ? ਪੰਜਾਬ ਮਾਡਲ ਬਾਬੇ ਨਾਨਕ ਦੇ ਫਲਸਫੇ ਦੇ ਵਿੱਚ ਇਹਨਾਂ ਲੋਕਾਂ ਨੂੰ ਪ੍ਰਾਇੋਰਟੀ ਦੇਗਾ, ਇਹਨਾਂ ਨੂੰ ਪਹਿਲ ਦੇਗਾ। ਇਹ ਜਿਹੜੀ ਡੇਲੀ ਵੇਜਰ ਦੀ ਰਜਿਸਟ੍ਰੇਸ਼ਨ ਹੈ, ਇਹ ਇਨਫਲੇਸ਼ਨ ਦੇ ਨਾਲ ਕਨੈਕਟਡ ਹੈ। ਭਾਈ ਤੁਸੀਂ ਅਗਰ ਪਿਛਲੇ 6 ਮਹੀਨੇ ਸਾਲ ਹੀ ਦੇਖੋ, ਗੈਸ ਦਾ ਸਿਲੰਡਰ ਡਬਲ ਹੋ ਗਿਆ ਜੀ। ਮੈਂ ਪੁੱਛਿਆ ਅੱਜ ਕਿੰਨਿਆਂ ਨੂੰ, ਮੈਂ ਕਿਹਾ ਯਾਰ ਤੁਸੀਂ ਗੈਸ ਦਾ ਸਿਲੰਡਰ ਫੂਕਦੇ ਹੋ ਕਿ ਲੱਕੜਾਂ ਨਾਲ ਚਲਾਉਂਦੇ ਹੋ? ਕਹਿੰਦੇ ਜੀ ਅਸੀਂ ਗੈਸ ਦਾ ਸਿਲੰਡਰ ਚਲਾਉਂਦੇ। ਮੈਂ ਕਿਹਾ ਕਿੰਨੇ ਰਹਿੰਦੇ ਹੋ? ਕਹਿੰਦਾ ਜੀ ਇੱਕ ਕਮਰੇ 'ਚ 7-7 ਰਹਿੰਦੇ ਆ। ਕੋਈ ਕਹਿੰਦਾ ਜੀ ਇੱਕ ਕਮਰੇ 'ਚ ਅਸੀਂ 5-5 ਰਹਿੰਦੇ ਆ। ਹਾਂਜੀ, ਗੈਸ ਦਾ ਸਿਲੰਡਰ ਹੋ ਗਿਆ ਜੀ ਡਬਲ, ਓਕੇ। ਪੈਟਰੋਲ ਡੀਜ਼ਲ ਡਬਲ, ਤੇਲ ਰੋਟੀ ਖਾਣ ਵਾਲਾ ਡਬਲ, ਦਾਲ ਡਿਉੜੀ $2.25। ਤੇ ਮੈਨੂੰ ਦੱਸੋ ਕਿੰਨੇ ਦੀ ਦਿਹਾੜੀ ਦੇ ਵਿੱਚ 5 ਰੁਪਏ ਦਾ ਵੀ ਫਰਕ ਪਿਆ? ਜਦੋਂ ਇਹ ਕੀਮਤਾਂ ਡਬਲ ਹੁੰਦੀਆਂ ਨੇ, ਇਨਫਲੇਸ਼ਨ ਦਾ ਫਰਕ ਨਵਜੋਤ ਸਿੱਧੂ ਨੂੰ ਨਹੀਂ ਪੈਂਦਾ। ਤੁਸੀਂ ਵੀ ਉਹਨਾਂ
1% ਜੀ ਆਉਣੇ ਹੋ ਤੁਸੀਂ ਵੀ ਜਦੋਂ ਟੈਂਕ ਫੁੱਲ ਕਰਾਉਣੇ ਹੋ ਤੁਹਾਨੂੰ ਵੀ ਫਰਕ ਨਹੀਂ ਪੈਂਦਾ ਲੇਕਿਨ ਜਿਹੜਾ ਬੰਦਾ ਰੋਜ਼ ਦਿਹਾੜੀ ਦਾ ਟਮਾਟਰ ਪਿਆਜ਼ ਲੈਣ ਜਾਂਦਾ 250 300 ਕਮਾ ਕੇ ਉਹਦੇ 250 300 ਦੀ ਵੈਲਿਊ 100 ਰਹਿ ਜਾਂਦੀ ਹੈ ਜਿਹੜੀ ਉਹਨੂੰ 250 ਚ ਮਿਲਦੀ ਸੀ ਚੀਜ਼ ਉਹ 1000 ਚ ਮਿਲਦੀ ਹੈ ਕਿਹਨੇ ਸੋਚਿਆ ਕਿਹਨੇ ਤੂਲ ਦਿੱਤਾ ਹੈਜ਼ ਐਨੀਬਡੀ ਥੌਟ ਕਿ ਪੱਲੇਦਾਰਾਂ ਦੇ ਵਿੱਚ ਕਿੰਨੇ ਬੌਂਡਡ ਲੇਬਰ ਨੇ ਜਿਨ੍ਹਾਂ ਦਾ ਬੌਂਡ ਕਰ ਦਿੱਤਾ ਜਾਂਦਾ 30 ਸਾਲੀ ਉਹਨੂੰ ਪਤਾ ਹੀ ਨਹੀਂ ਲੱਗਦਾ 30 40 ਸਾਲ ਫਿਰ ਅਸੀਂ ਪੈਸੇ ਕਾਹਦੇ ਦੇਈ ਜਾਂਦੇ ਆ ਕਾਹਦੇ ਕਟਾਈ ਜਾਂਦੇ ਆ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਇੱਕ ਛੋਟਾ ਜਿਹਾ I will give you a small example. ਗਿੱਦੜ ਬਹੇ ਇੱਕ ਪੱਲੇਦਾਰ ਇੱਕ ਕਟਾ ਚੁੱਕਣ ਦੇ 350 ਲੈਂਦਾ ਤੇ ਉੱਥੋਂ ਕਿੰਨੀ ਕੁ ਦੂਰ ਹੈ ਮੁਕਤਸਰ ਉੱਥੇ ਉਹ 125 ਲੈਂਦਾ so is there any rationale in it ਉਹ ਭਾਈ ਦਿਹਾੜੀ ਤੇ ਇੱਕ ਕਰ ਦਿਓ ਜੇ ਉਹ ਕੰਮ ਇੱਕ ਕਰ ਰਿਹਾ ਹੈ ਉਸੇ ਤਰ੍ਹਾਂ ਚੁੱਕ ਰਿਹਾ ਹੈ ਉਸੇ ਤਰ੍ਹਾਂ ਲਿਜਾ ਰਿਹਾ ਹੈ ਤੇ ਇੱਕ ਨੂੰ 125 ਮਿਲ ਰਿਹਾ ਤੇ ਦੂਜੇ ਨੂੰ 350 ਮਿਲ ਰਿਹਾ ਕਿਉਂ ਪੰਜਾਬ ਮਾਡਲ ਕਹਿੰਦਾ we will fix the price of the wage ਫਿਰ ਆਉਂਦੀ ਹੈ ਰੈਗੂਲੇਸ਼ਨ ਆਫ ਵਰਕਿੰਗ ਆਵਰਸ ਭਾਈ ਬਾਬੂ ਆਉਂਦੇ ਆ ਤੌ ਟੱਪੇ ਨਾਲ ਐਨਕੂਨਕ ਲਾ ਕੇ ਕਾਲੀ ਕਾਲਰ ਜੇ ਖੜੇ ਕਰਕੇ ਆਉਂਦੇ ਆ ਘੰਟਾ ਲੇਟ ਆਉਂਦੇ ਆ ਤੇ ਘੰਟਾ ਪਹਿਲਾਂ ਚਲੇ ਜਾਂਦੇ 4 ਛੁੱਟੀ ਹੋ ਗਿਆ ਹਾਂਜੀ ਛੁੱਟੀ ਹੈ ਤੇ ਦੱਸੋ ਭਾਈ ਕਿਸੇ ਨੇ ਰੈਗੂਲੇਟ ਕੀਤੇ ਨਾ ਤੇ ਵਰਕ ਆਵਰਸ ਕਿਸੇ ਲੀਡਰ ਨੇ ਅੱਜ ਤੱਕ ਇਹ ਗੱਲ ਕੀਤੀ ਹੈ ਇਹ ਪੰਜਾਬ ਮਾਡਲ ਹੈ ਕਿਉਂਕਿ ਇਹੀ ਸਰਬਤ ਦਾ ਭਲਾ ਜੇ ਸਰਬਤ ਦਾ ਭਲਾ 70% ਪੰਜਾਬੀਆਂ ਨੂੰ ਨਹੀਂ ਚੱਕ ਸਕਦਾ ਤਾਂ ਫਿਰ ਕਿਹਨੂੰ ਚੱਕੂ ਹਾਂਜੀ 8 ਘੰਟੇ ਤੋਂ ਬਾਅਦ ਕੋਈ ਕੰਮ ਨਹੀਂ ਹੋਣਾ ਚਾਹੀਦਾ ਇਹਨਾਂ ਦਾ ਮੈਂ ਦੇਖਿਆ 20 ਘੰਟੇ ਕੰਮ ਕਰਾਉਂਦੇ ਪੈਸੇ ਦਿੰਦੇ 2 ਘੰਟਿਆਂ ਦੇ ਨਹੀਂ ਕਈ ਤਾਂ ਦਿੰਦੇ ਹੀ ਨਹੀਂ ਕਈਆਂ ਨੂੰ ਮਿਲਦਾ ਹੀ ਨਹੀਂ ਸੋਸ਼ਲ ਸਿਕਿਉਰਿਟੀ ਆਫ ਲੇਬਰ ਜਨਾਬ ਇਹ ਸਭ ਤੋਂ ਵੱਡਾ ਪੁਆਇੰਟ ਹੈ ਮੈਂ ਬਿਮਾਰ ਹੋ ਗਿਆ ਜੀ ਚਲੋ ਮੈਂ ਐਮਐਲਏ ਆ ਤੁਸੀਂ ਬਿਮਾਰ ਹੋ ਗਏ ਜੀ 4 ਦਿਨ ਤਨਖਾਹ ਤਾਂ ਨਹੀਂ ਕੱਟਦੀ ਦੱਸੋ ਨਾ ਕੱਟਦੀ ਹੈ ਨਹੀਂ ਕੱਟਦੀ ਇੱਕ ਦਿਨ ਮੈਂ ਬਿਮਾਰ ਹੋ ਗਿਆ ਮੈਂ ਛੁੱਟੀ ਲੀਵ ਲੈਤੀ ਉਨੀ ਛੁੱਟੀ ਲੀਵ ਨਹੀਂ ਕੱਟਦੀ ਭਾਈ ਜਦੋਂ ਉਹ ਬਿਮਾਰ ਹੁੰਦਾ ਹੈ ਕੋਈ ਪੁੱਛਦਾ ਹੈ ਤਾਂ ਮੈਨੂੰ ਤੁਸੀਂ ਦੱਸੋ ਕੌਣ ਪੁੱਛਦਾ ਇੱਥੇ ਜਿਹੜੀ ਲੇਬਰ ਚੌਂਕ ਦੇ ਵਿੱਚ ਮੈਂ ਬੰਦਿਆਂ ਨੂੰ ਮਿਲਿਆ ਕਹਿੰਦੇ ਸਿੱਧੂ ਸਾਹਿਬ 2 ਦਿਨਾਂ ਦੀ ਤਾਂ ਵੈਸੇ ਹੀ ਛੁੱਟੀ ਹੁੰਦੀ ਹੈ ਤੇ 6 ਦਿਨਾਂ ਦੇ ਵਿੱਚ ਅਸੀਂ ਦਿਹਾੜੀ ਸਾਨੂੰ 2 ਦਿਨਾਂ ਦੀ ਮਿਲਦੀ ਹੈ 2 ਦਿਨ ਵਿਹਲੇ ਹੁੰਦੇ ਆ 3 ਦਿਨ So the urban employment guarantee mission is the unique USP of the Punjab model. जिथे गुरबत डबल है और गारंटी कोई है नहीं अगला पॉइंट 67% पॉपुलेशन साहब जिहड़ी कांग्रेस दी लियांदी हुई पीडीएस है ਉਹਦੇ ਅੰਡਰ ਆਉਂਦੀ ਹੈ ਮਤਲਬ ਤੁਸੀਂ 70 ਕਰੋੜ ਗਰੀਬਾਂ ਨੂੰ ਅਸੀਂ ਆਟਾ ਦਾਲ ਦਿੰਨੇ ਆ ਨਹੀਂ ਜੀ 70 ਕਰੋੜ ਮਤਲਬ ਇੱਕ ਜੇ ਤੁਸੀਂ ਦੇਸ਼ ਦੀ ਗੱਲ ਕਰੋਗੇ ਤੇ 67% is 70 ਕਰੋੜਸ ਜੀਵਾਂ ਦਾ ਮੈਨੂੰ ਪਤਾ ਠੀਕ ਹੈ ਜੀ ਉਹ 70 ਕਰੋੜ ਲੋਕਾਂ ਨੂੰ ਅਸੀਂ ਦਿੰਨੇ ਆ ਹੁਣ ਮੈਨੂੰ ਤੁਸੀਂ ਦੱਸੋ ਕਿ ਮਜ਼ਦੂਰ ਦੇ ਨਾਲੋਂ ਕੌਣ ਵੱਧ ਡਿਜ਼ਰਵ ਕਰਦਾ ਦੱਸੋ ਨਾ ਕੌਣ ਇੱਕ ਪੱਲੇਦਾਰ ਮਜ਼ਦੂਰ ਜਾਂ ਇੱਕ ਨਾਰਮਲ ਜਿਹੜਾ 2 ਦਿਨ ਦਿਹਾੜੀ ਮਿਲਦੀ ਹੈ ਜਿਹਨੂੰ 300 ਰੁਪਏ 250 ਲੈਂਦਾ ਇਨਫਲੇਸ਼ਨ ਦਾ ਉਹਨੂੰ ਕੁਝ ਨਹੀਂ ਮਿਲਦਾ
ਉਹਦੇ ਨਾਲੋਂ ਵੱਧ ਕੋਈ ਡਿਜ਼ਰਵ ਕਰਦਾ ਹੈ? ਤੇ ਇੱਕ ਸਰਵੇ ਕਰੋ, ਜਾਓ ਇੱਕ ਸਰਵੇ ਕਰੋ ਕਿ ਕਿੰਨਿਆਂ ਕੋਲ BPL ਕਾਰਡ, ਜਾ ਕੇ ਦੇਖੋ, ਕਿਤੇ ਪੁੱਛੋ। ਪੰਜਾਬ ਮਾਡਲ ਕਹਿੰਦਾ ਹਰੇਕ ਮਜ਼ਦੂਰ ਨੂੰ BPL ਕਾਰਡ ਦਿੱਤਾ ਜਾਏਗਾ, ਹਰੇਕ ਮਜ਼ਦੂਰ ਜਿਹੜਾ ਦਿਹਾੜੀ ਕਰ, he will get a BPL card. And please confirm what I'm saying. Go to Labour Chowk and ask how many have BPL cards. The Punjab model will honor merit, and that's the most important thing. ਇਹ ਉਹ ਚੀਜ਼ਾਂ ਨੇ ਜਿਹੜੀਆਂ ਮੈਂ ਸਮਝਦਾ ਕਿ ਸਰਕਾਰਾਂ ਦੀ ਪਹਿਲ ਹੋਣੀ ਚਾਹੀਦੀ ਹੈ, ਸਰਕਾਰਾਂ ਦੇ ਲਈ ਪ੍ਰਾਇੋਰਟੀ ਹੋਣੀ ਚਾਹੀਦੀ ਹੈ, ਔਰ ਲਿਸਟ ਦੇ ਵਿੱਚ ਸਭ ਤੋਂ ਉੱਤੇ ਹੋਣੀ ਚਾਹੀਦੀ ਹੈ। These are glimpses of the Punjab model and how we will change lives of the poorest of the poor. ये कोई खैरात नहीं है. It is very less than what they deserve. And therefore, ਮੈਨੂੰ ਤੁਹਾਨੂੰ ਸਪੈਸ਼ਲ ਰਿਕੁਐਸਟ ਕਰਨੀ ਪੈ ਰਹੀ ਹੈ ਕਿ ਇਹਨੂੰ ਸਭ ਤੋਂ ਵੱਡੀ ਅਹਿਮੀਅਤ ਦੇਣੀ ਚਾਹੀਦੀ। ਮੈਂ ਕਿਸੇ ਦਾ ਬੁਰਾ ਨਹੀਂ ਮੰਗਦਾ, ਮੈਂ ਕਿਤੇ ਨਹੀਂ ਕਿਹਾ ਵੀ ਇਹਨੂੰ ਅਬੋਲਿਸ਼ ਕਰ ਦਿਓ, ਇਹਨੂੰ ਕੱਟ ਦਿਓ, ਇਹਨੂੰ ਮਾਰ ਦਿਓ, ਇਹਨੂੰ ਇਹ ਕਰ ਦਿਓ। ਕੋਈ ਮੇਰੀ ਗੱਲ ਡਿਸਟੋਰਟ ਨਹੀਂ ਹੋਣੀ, ਕਿਉਂਕਿ ਠਾ ਜਿੱਦਾਂ ਤੁਸੀਂ ਚਲਾ ਰਹੇ ਹੋ ਉਦਾਂ ਹੀ ਮੈਂ ਲਾਈਵ ਚਲਾ ਰਹੀ। ਸਮਝ ਲਓ ਮੇਰੀ ਗੱਲ। ਇਹ ਮੇਰੇ ਹਿਸਾਬ ਦੇ ਨਾਲ ਕਨਸਟੀਟਿਊਸ਼ਨ ਦੀ ਸਪਿਰਿਟ ਨੂੰ ਆਨਰ ਕਰਨ ਦਾ ਤਰੀਕਾ ਹੈ। ਮੈਂ ਐਂਡ ਕਰ ਰਿਹਾ। ਜਿਹੜੇ ਸਾਡੇ ਫੋਰਫਾਦਰ ਸੀ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਜਿਹੜੀ ਪਾਵਰ ਆਫ ਦ ਪੀਪਲ ਮਸਟ ਰਿਟਰਨ ਟੂ ਦ ਪੀਪਲ। ਤੇ ਫਿਰ ਅਸੀਂ ਕਿਹੜੀ ਪਾਵਰ ਇਸ ਗਰੀਬ ਨੂੰ ਪਹੁੰਚਾਈ ਹੈ? ਅਸੀਂ ਕਿਹੜੀ ਚੀਜ਼ ਸੁਨਿਸ਼ਚਿਤ ਕੀਤੀ ਹੈ ਉਹਨੂੰ ਜਿਹੜਾ ਉਹ ਕਹਿ ਸਕੇ ਯਾਰ ਆ ਮੇਰੇ ਕੋਲ ਆ ਗਰੰਟੀ ਹੈਗੀ ਮੈਂ ਰੋਟੀ ਖਾ ਲੂੰ। This is the minimum that a government can do, and this is my endeavor to start from the poorest of the poor. किसान और मजदूर दे अगर मसले हल होंदे है और इह खेत मजदूर भी आउंदा साहब ते मैनू लगदा है कि उस तो बाद पंजाब दे मसले 70% सॉल्व होंगे। मैं किसान की प्रोडक्टिविटी की गल की है कल, उत्थे भी कुछ गल्लां कीतियां ने, पर मैं उहनूं इहदे नाल मिक्स नहीं करना चाहता क्योंकि बहुत ही वड्डी चीज़ है। ये एडी वड्डी चीज़ है मेरे लिए, विद रैशनल, विद रीजन, विद अ लॉट ऑफ रिसर्च। ये मतलब जिहड़ी अर्बन एम्प्लॉयमेंट गारंटी मिशन है, वन ऑफ द बिगेस्ट पॉइंट्स इन द पंजाब मॉडल। जिथे गरीबी दुगनी है ਉੱਥੇ ਕੋਈ ਗਾਰੰਟੀ ਨਹੀਂ, ਤੇ ਜਿੱਥੇ ਗਰੀਬੀ ਅੱਧੀ ਹੈ ਉੱਥੇ ਗਾਰੰਟੀ ਵੀ ਹੈ, ਲੇਕਿਨ ਉਹ ਵੀ ਪੂਰੀ ਤਰ੍ਹਾਂ ਇੰਪਲੀਮੈਂਟ ਨਹੀਂ ਹੁੰਦੀ ਔਰ ਪੂਰੀ ਤਰ੍ਹਾਂ ਡਿਮਾਂਡ ਜਿਹੜੀ ਹੈਗੀ ਹੈ ਉਹ ਪੂਰੀ ਹੁੰਦੀ ਨਹੀਂ। ਦਿਸ ਇਜ਼ ਵਾਟ ਆਈ ਹੈਡ ਟੂ ਸੇ ਟੁਡੇ। ਮੈਂ ਜ਼ਿਆਦਾ ਇਹਦੇ ਤੇ ਇਲੈਬੋਰੇਟ ਇਸ ਕਰਕੇ ਨਹੀਂ ਕਰਨਾ ਚਾਹੁੰਦਾ ਕਿਉਂਕਿ ਆਪਣੇ ਆਪ 'ਚ ਬਹੁਤ ਵੱਡੀ ਚੀਜ਼ ਹੈ। ਸਰ ਜਿਹੜਾ ਤੁਹਾਡਾ ਪੰਜਾਬ ਮਾਡਲ ਇੱਕ ਮਿੰਟ ਜਸਟ मैं ਇਹਦੇ ਤੇ ਹੀ ਸਟਿਕ ਕਰਨਾ ਚਾਹੂੰਗਾ। ਜੇ ਸਵਾਲ ਵੀ ਹੈ ਤੇ ਮੈਂ ਇਹਦੇ ਤੇ ਹੀ ਸਟਿਕ ਕਰਨਾ ਚਾਹੂੰਗਾ। ਦੂਜੀ ਦਾ ਇੱਕ ਮਿੰਟ ਯਾਰ, ਇੱਕ ਮਿੰਟ ਭਾਈ ਤੁਸੀਂ ਚੁੱਪ। ਮੈਂ ਇਹਦੇ ਤੇ ਹੀ ਸਵਾਲ ਲਊਂ, ਨੂੰ ਜਵਾਬ ਦਈਆਂ ਬਿਲਕੁਲ ਨਹੀਂ। ਮੈਂ ਜਵਾਬ ਦਈ, ਇੱਕ ਮਿੰਟ ਯਾਰ ਮੈਨੂੰ ਖਤਮ ਤਾਂ ਕਰ ਲੈਂਦੇ ਨਾ ਫਿਰ ਯਾਰ। ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਜਵਾਬ ਦਈ, ਲੋਕਾਂ 'ਚ ਜਾ ਕੇ ਗੱਲ ਰੱਖਦਾ। ਇੱਥੇ ਮੌਸਮ ਭਟਕਾਉਣ ਦਾ, ਇੱਥੇ ਮੌਸਮ ਇੱਕ ਦੂਜੇ ਤੇ ਲਾਂਛਨ ਲਾਉਣ ਦਾ, ਇੱਥੇ ਮੌਸਮ ਬੜਾ ਕੁਛ ਸਮਝੋ। ਇਸ ਕਰਕੇ ਮੈਂ ਉਸ ਬੜੇ ਕੁਛ ਨਹੀਂ ਜਾ ਰਿਹਾ। ਮੈਂ ਸਿਰਫ ਪੰਜਾਬ ਦੇ ਲੋਕਾਂ ਦੀ ਭਲੇ ਦੀ ਗੱਲ, ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਦੀ ਗੱਲ ਕਰ ਰਿਹਾ। ਹੁਣ ਸਵਾਲ ਨੰਬਰ 1, ਤੁਸੀਂ ਲਾਰਡ ਵਿਕਟੋਰੀਆ 'ਚ ਇਹ ਗੱਲ ਪੁਆਇੰਟ ਆਊਟ ਕੀਤੀ ਸੀ ਕਿ ਵੀ ਜਿਹੜੇ ਪੀਡੀਐਸ ਹੋਵੇ, ਦੂਜੇ ਬੈਨੀਫਿਟ ਹੈ ਮਨਰੇਗਾ, ਹੋਰ ਇਹ ਜਨਰਲ ਲੋਕਾਂ ਤੱਕ ਨਹੀਂ ਜਾ ਰਹੇ। ਇਹ
ਰੋਂਗ ਰਿਚ ਲੋਕ ਵੀ ਇਹਦੇ ਬੈਨੀਫਿਟ ਲੈ ਰਹੇ। ਅੱਜ ਤੁਸੀਂ ਉਸੇ ਗੱਲ ਵਿੱਚ ਕਹੀ ਹੈ, ਤੁਸੀਂ ਇਸ ਮਾਡਲ ਨੂੰ ਇੰਪਲੀਮੈਂਟ ਕਿਵੇਂ ਕਰੋਗੇ ਔਰ ਰਿਚ ਲੋਕਾਂ ਤੋਂ ਡਾਇਵਰਟ ਕਿੱਦਾਂ ਕਰੋਗੇ ਜਿਨ੍ਹਾਂ ਨੂੰ ਲੋੜ ਨਹੀਂ ਇਹਨਾਂ ਚੀਜ਼ਾਂ ਦੀ? ਦੇਖੋ ਭਾਜੀ, ਮੈਂ ਤੁਹਾਨੂੰ ਇੱਕ ਗੱਲ ਕਹਾਂ, ਮੈਂ ਇਹ ਕਿਤੇ ਵੀ ਨਹੀਂ ਕਿਹਾ ਜੀ ਕਿ ਇਹ ਉਹਨਾਂ ਕੋਲ ਜਾ ਰਹੇ ਆ, ਇਹਨਾਂ ਕੋਲ ਜਾ ਰਹੇ ਆ, ਬਿਲਕੁਲ ਨਹੀਂ। ਮੈਂ ਇੰਨੀ ਗੱਲ ਕਹੀ ਹੈ ਕਿ ਮੈਰਿਟ ਸ਼ੁੱਡ ਬੀ ਆਨਰਡ, ਤੇ ਅਗਰ ਕੋਈ ਮਜ਼ਦੂਰ ਹੈ ਤੇ ਉਹਨੂੰ BPL ਮਿਲਣਾ ਚਾਹੀਦਾ। ਇਹਦੇ 'ਚ ਕੋਈ ਗਲਤ ਨਹੀਂ ਹੈ, ਕੋਈ ਉਹ ਨਹੀਂ ਹੈ। ਕਿਹਦੇ ਕੋਲ ਹੈ ਕਿਹਦੇ ਕੋਲ ਨਹੀਂ, ਆਪਾਂ ਉਹਦੇ 'ਚ ਨਾ ਜਾਈਏ। ਆਪਾਂ ਇਹ ਕਹੀਏ ਕਿ ਜਿਹੜਾ ਬੰਦਾ ਜੈਨੂਇਨ ਗਰੀਬ ਹੈ ਉਹਦੇ ਕੋਲ ਇਹ ਸਹੂਲੀਅਤ ਹੋਵੇ, ਔਰ ਪੰਜਾਬ ਮਾਡਲ ਇਹ ਕਹਿੰਦਾ ਹੈ ਕਿ ਉਹਦੇ ਕੋਲ ਇਹ ਸਹੂਲੀਅਤ ਹੋਏਗੀ ਇੰਪਲੀਮੈਂਟਡ ਟੂ ਦੀ ਕੋਰ। ਉਹ ਹੋਣੀ ਕਿਵੇਂ ਹੈ, ਉਹਦਾ ਸਾਧਨ ਕੀ ਹੈ? ਮੈਂ ਰਾਜਵੀ ਹੁਣ ਤੁਹਾਡਾ ਆਨਸਰ ਦੇਣਾ। ਉਹਦਾ ਸਾਧਨ ਰਜਿਸਟ੍ਰੇਸ਼ਨ ਹੈ। ਉਹ ਭਾਈ ਜਦੋਂ ਤੁਸੀਂ ਰਜਿਸਟ੍ਰੇਸ਼ਨ ਹੀ ਨਹੀਂ ਕਰੋਗੇ ਤੁਸੀਂ ਮੁਨਾਫਾ ਕਿਵੇਂ ਬਚਾਓਗੇ? ਦੋ ਕਿਸੇ ਕੋਲ ਭੇਜੋਗੇ ਕਿੱਦਾਂ? ਸਪੋਜ਼ ਕਰ ਪੰਜਾਬ ਸਰਕਾਰ ਨੇ ਸਬਸਿਡੀ ਦੇਣੀ ਹੈ ਕਿ ਮਜ਼ਦੂਰ ਨੂੰ ਕੋਈ ਅਨਾਉਂਸਮੈਂਟ ਹੋਈ ਹੈ 50,000 5,000 3,000 2,000, ਜੇ ਜਦ ਤੁਹਾਡੇ ਕੋਲ ਰਜਿਸਟ੍ਰੇਸ਼ਨ ਹੀ ਤੁਸੀਂ ਕਿੱਦਾਂ ਬਚਾਓਗੇ? ਸੇਮ ਗੋਸ ਫॉर BPL। ਲਾਇਆ ਕਰ ਸਰਵੇ ਕਰ ਹੋਇਆ ਸੀ। ਪਲੀਜ਼ see the record books of this nation and this great state. When did the last survey occur? ਕਿ ਜਦੋਂ ਤੁਹਾਨੂੰ ਇਹ ਪਤਾ ਲੱਗੇ ਵੀ ਗਰੀਬ ਕੌਣ ਹੈ, ਫਿਰ ਤੁਸੀਂ ਫਲਾਣੇ ਗਰੀਬ ਨੂੰ ਆਪ ਪੈਸੇ ਦੇਤੇ, ਉਹ ਗਰੀਬ ਗਰੀਬੀ ਰੇਖਾ ਤੋਂ ਉੱਤੇ ਆਇਆ ਤੇ ਤੁਸੀਂ ਉਹਨੂੰ ਕੱਢਤਾ ਤੇ ਨਵਾਂ ਲਿਆਂਦਾ, ਇਹਦਾ ਕੋਈ ਰਿਕਾਰਡ ਹੋਵੇ? ਸਮਝੋ ਨਾ। So there is nothing of that sort. We will make a beginning and we will do a concerted effort, a proper planned, ਨੀਤੀਬੱਧ, policy based budgetary allocation। ਇਹਦੇ 'ਚ ਤੁਹਾਨੂੰ ਕੋਈ ਲੋੜ ਹੀ ਨਹੀਂ ਹੈ ਕਿਉਂਕਿ budgetary allocation ਬਾਹਰੋਂ ਆਣੀ ਹੈ। ਤੁਹਾਨੂੰ ਕੋਈ you just have to implement it, take it to the grassroots level and honor the merit। ਤੁਸੀਂ ਸੱਤਾ 'ਚ ਹੋ ਤਾਂ ਤੁਸੀਂ ਇਹਨੂੰ ਲਾਗੂ ਕਿਉਂ ਨਹੀਂ ਕਰਵਾਉਂਦੇ? ਹਜ਼ੂਰੇ ਵਾਲਾ ਸੱਤਾ 'ਚ ਤਾਂ ਕੈਪਟਨ ਅਮਰਿੰਦਰ ਸਿੰਘ ਸੀ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਸੈਂਟਰਲਾਈਜ਼ਡ ਪਾਵਰ ਜਿਹੜੀ ਹੁੰਦੀ ਹੈ ਉਹਨੂੰ ਕਠਪੁਤਲੀਆਂ ਵਾਂਗ ਕੋਈ ਹੋਰ ਹੀ ਨਚਾਉਂਦਾ ਰਹਿੰਦਾ ਤੇ ਕੋਈ ਹੋਰ ਹੀ ਵਰਤਦਾ ਰਹਿੰਦਾ। ਜਿਹਨਾਂ ਲਈ ਵਰਤੀ ਜਾਣੀ ਚਾਹੀਦੀ ਹੈ ਉਹਨਾਂ ਲਈ ਤਾਂ ਵਰਤੀ ਨਹੀਂ ਜਾਂਦੀ, ਆਪਣੀ ਜਾਨ ਬਚਾਉਣ ਨੂੰ ਵਰਤੀ ਜਾਂਦੀ ਹੈ। ਕਈ ਬੰਦੇ ਕਠਪੁਤਲੀਆਂ ਬਣ ਕੇ ਆਪਣੀ ਜਾਨ ਬਚਾਉਣ ਨੂੰ ਹੀ ਵਰਤਦੇ ਰਹੇ। ਕਿਹੜਾ ਮੁੱਦਾ ਸੋਲਵ ਕੀਤਾ? ਮੈਂ ਬਾਰ-ਬਾਰ ਮੁੱਦਿਆਂ ਦੀ ਰਾਜਨੀਤੀ ਕਰਦਾ। ਮੈਂ ਬਾਰ-ਬਾਰ ਜਦੋਂ ਲੋਕ ਭਟਕਾਉਂਦੇ ਨੇ, ਭਰਮਾਉਂਦੇ ਨੇ, ਮੈਂ ਬਾਰ-ਬਾਰ ਘੜੀਸ ਕੇ ਮੁੱਦਿਆਂ ਤੇ ਲਿਆਉਣਾ। ਮੈਂ ਮੁੱਦਿਆਂ ਦੇ ਲਈ ਲੜਦਾ ਰਿਹਾ, ਮੈਂ ਮੁੱਦਿਆਂ ਦੇ ਲਈ ਉਹਦੇ ਛੱਡੇ ਆ, ਤੇ ਮੈਂ ਮੁੱਦਿਆਂ ਦੇ ਲਈ ਉਹ ਇਹ ਗੱਲ ਕੀਤੀ ਹੈ ਕਿ ਜੇ ਮੈਂ ਭਲਾ ਨਹੀਂ ਕਰ ਸਕਦਾ ਤੇ ਫਿਰ ਉਹਦਾ ਕਿਸ ਕੰਮ ਦਾ? ਤੇ ਤੁਸੀਂ ਜੇ ਕਿਸੇ ਨੂੰ ਜ਼ਲੀਲ ਕਰਨ ਦੇ ਲਈ, ਕੰਮ ਨਾ ਕਰਨ ਦੇ ਲਈ ਉਹਨੂੰ ਲਾਉਣਾ ਹੈ ਤੇ ਉਹ ਆਪ ਛੱਡੂ, ਤੂੰ ਕੌਣ ਹੁੰਦਾ ਲਾਉਣਾ? ਸਿੱਧੂ ਸਾਹਿਬ, ਸਮੇਂ ਦੇ ਜਿਹੜੇ ਹੁਕਮਰਾਨ ਨੇ, ਸਮੇਂ ਦੀਆਂ ਸਰਕਾਰਾਂ ਹਰ ਵਾਰ ਵੋਟਾਂ ਤੋਂ ਪਹਿਲਾਂ ਜਿਹੜੇ ਗਰੀਬ ਲੋਕ ਨੇ, ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਨੇ, ਇਹਨਾਂ ਨੂੰ ਢੇਰ ਸਾਰੀਆਂ ਸਹੂਲਤਾਂ ਦੇਣ ਦਾ ਦਾਅਵੇ ਕਰਦੀਆਂ ਤੇ ਵਾਅਦੇ ਵੀ ਕਰਦੀਆਂ, ਜਿਵੇਂ ਕਿ ਹੁਣ ਤੁਸੀਂ ਕਰ ਰਹੇ ਹੋ। ਪਰ ਸਹੀ ਮਿਹਨਤ ਦੇ ਵਿੱਚ ਇਹਨਾਂ ਲੋਕਾਂ ਕੋਲ ਉਹ ਜਿਹੜੀਆਂ ਸਹੂਲਤਾਂ ਦਾ ਫਾਇਦਾ ਹੈ ਉਹ ਮਿਲ ਨਹੀਂ ਰਿਹਾ। ਜਿਵੇਂ ਕਿ ਤੁਸੀਂ ਅੱਜ ਮਜ਼ਦੂਰਾਂ ਦੀ ਗੱਲ ਕੀਤੀ ਆ, ਪਰ ਥੋੜੀ ਦੇਰ ਪਹਿਲਾਂ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਇਹ ਕਹਿ ਕੇ ਹਟਿਆ ਦੀਵਾਲੀ ਨੂੰ ਕਿ ਮੈਂ ਤਾਂ 3100 ਰੁਪਏ ਇਹਨਾਂ ਦੇ ਖਾਤੇ 'ਚ ਪਾ ਕੇ ਕਰੋੜਾਂ ਰੁਪਇਆ ਦੇ ਦਿੱਤਾ ਜੀ। ਤੇ ਫਿਰ ਮੈਂ ਤੁਹਾਨੂੰ ਇਹ ਪੁੱਛ ਰਿਹਾ, ਮੇਰਾ ਸਵਾਲ ਪੂਰਾ, ਮੈਂ ਤਾਂ ਤੁਹਾਨੂੰ ਇਹੀ ਪੁੱਛ ਰਿਹਾ, ਜਿਹੜੀ ਸਹੀ ਬੰਦੇ ਦੇ ਕੋਲ ਜਿਹੜਾ ਫੰਡ ਜਾਣਾ ਹੈ ਜਾਂ ਉਹਨੂੰ ਜਿਹੜੀ ਸੁਵਿਧਾ ਜਾਣੀ ਆ ਉਹ ਕਿਉਂ ਨਹੀਂ ਜਾ ਰਹੀ, ਹੋਰ ਲੋਕਾਂ ਕੋਲ ਜਾਈ ਜਾ ਰਹੀ ਆ? ਇਹਦਾ ਜ਼ਿੰਮੇਵਾਰ ਕੌਣ ਨੇ ਫਿਰ? ਮਹਾਰਾਜ ਮੈਂ ਤੁਹਾਨੂੰ ਹੁਣੇ ਕਿਹਾ ਕਿ ਜੇ 1% ਬੰਦਾ ਰਜਿਸਟਰਡ ਤੇ ਪਹੁੰਚੂ, ਮੈਂ ਕਹਿ ਦੇਣਾ ਜੀ ਮੈਂ 50,000 ਭੇਜੂ, ਮੈਂ ਤਾਂ ਨਹੀਂ ਕਹਿ ਰਿਹਾ। ਮੈਂ ਕਹਿ ਦੇਣਾ ਜੀ ਮੈਂ 2 ਕਰੋੜ ਭੇਜੂ, ਮੈਂ ਤਾਂ ਨਹੀਂ ਕਹਿ ਰਿਹਾ। ਮੈਂ ਇਹ ਵੀ ਦੱਸ ਰਿਹਾ ਵੀ ਮੈਂ ਪੰਜੀ ਨਹੀਂ ਲੈਣੀ। ਸੁਣੋ ਤਾਂ ਸਹੀ ਨਾ ਮੈਂ ਕੀ ਕਹਿ ਰਿਹਾ, ਜੇ ਨਹੀਂ ਸੁਣਨਾ ਚਾਹ ਤੁਹਾਡੀ ਬਾਤ। ਮੈਂ ਤਾਂ ਕਹਿ ਰਿਹਾ ਮੈਂ ਪੰਜੀ ਨਹੀਂ ਲੈਣੀ, ਪਰ ਮੈਂ ਦਊਂ। ਕਿਉਂ ਕਹਿ ਰਿਹਾ? ਕਿਉਂਕਿ ਉਹਦਾ ਇੱਕ ਪ੍ਰੋਸੈਸ ਹੈ, ਕਿਉਂਕਿ ਉਹਦਾ ਇੱਕ ਸਿੰਪਲ ਜੀ ਉਹ ਹੈ ਕਿ ਤੁਸੀਂ ਰਜਿਸਟਰ ਕਰੋ, ਤੁਸੀਂ ਵੋਟਾਂ ਬਣਾ ਲੈਂਦੇ ਹੋ ਨਾ ਸਾਰੀਆਂ। ਕਿਉਂ ਬਣ ਜਾਂਦੀ ਭਾਈ? ਤੁਸੀਂ ਜਾਣਦੇ ਹੋ, ਤੁਸੀਂ ਪਰਚੀ ਕਟਾਉਂਦੇ ਹੋ, ਕਿ ਉਹਦਾ ਨਾਂ ਲਿਖਦੇ ਹੋ, ਕਿੱਡਾ ਵੱਡਾ ਪ੍ਰੋਸੈਸ ਹੈ। ਫਿਰ ਤੁਸੀਂ ਉਹਨੂੰ ਨੋਟ ਕਰਾਉਂਦੇ ਹੋ, ਤੇ ਇਹਨਾਂ ਲਈ ਕਿਉਂ ਨਹੀਂ? ਕਿਉਂ ਨਹੀਂ? ਮੈਂ ਤਾਂ ਫੜ ਕੇ ਪੋਤੜੇ ਖੋਲੇ, ਮੈਂ ਤਾਂ ਟਿਕਾ ਕੇ ਅੱਜ ਨਹੀਂ ਖੋਲੇ, ਪਹਿਲੀ ਕੈਬਨਿਟ ਤੋਂ ਖੋਲੇ। ਇਹ ਨਾ ਕਹੋ ਵੀ ਮੈਂ ਨਹੀਂ ਕਿਹਾ, ਮੈਂ ਉਦੋਂ ਦਾ ਕਹੀ ਜਾਂਦਾ, ਮੈਂ ਉਦੋਂ ਦਾ ਲੜਾਈ ਲੜਦਾ ਤੇ ਮੈਂ ਇਸੇ ਲੜਾਈ ਕਰਕੇ ਛੱਡਿਆ। ਆਪਣੇ ਲਈ ਕੀ ਮੰਗਿਆ? ਕੁਛ ਨਹੀਂ। ਇਹ ਨਹੀਂ ਹੈ ਵੀ ਕਿਸੇ ਨਾਲ ਲੜਿਆ, ਮੈਂ ਸਭ ਨਾਲ ਲੜਿਆ, ਚਾਹੇ ਕੋਈ ਸੱਤਾ ਸੀ ਕੋਈ ਸੱਤਾ ਤੋਂ ਬਾਹਰ ਹੈ, ਮੈਂ ਸਭ ਨੂੰ ਸਵਾਲ ਕੀਤੇ ਆ ਔਰ ਬੇਖੌਫ ਹੋ ਕੇ ਕੀਤੇ, ਕਿਉਂਕਿ ਮੇਰੇ ਕੋਲ ਖੂਨ ਨੂੰ ਕੋਈ ਖਤਰਾ ਹੈ ਹੀ ਨਹੀਂ।
ਖਤਰਾ ਹੀ ਕੋਈ ਨਹੀਂ ਮੇਰੇ ਕੋਲ ਖੂਨ ਦਾ। ਲੇਕਿਨ ਅਗਰ ਅਸੀਂ ਕਿਸੇ ਏਜੰਡੇ ਦੇ ਉੱਤੇ ਆਨੇ ਆ ਤੇ ਇੱਕ ਬੰਦਾ ਉਹ ਏਜੰਡਾ ਪੂਰਾ ਨਹੀਂ ਕਰਦਾ ਔਰ ਦਰਕਨਾਰ ਕਰਦਾ, ਉਹ ਐਤਕੀ ਹੋਣਾ ਨਹੀਂ। ਜੇ ਤੇ ਇਹਦੀ ਕੋਈ ਗਾਰੰਟੀ ਹੋਏਗੀ, ਇਹਦਾ ਕੋਈ ਮੈਕੈਨਿਜ਼ਮ ਹੋਏਗਾ, ਇਹਦਾ ਕੋਈ ਮਾਡਲ ਹੋਏਗਾ ਔਰ 5000 ਵਾਅਦਾ ਨਹੀਂ ਹੋਏਗਾ, 10 ਚੀਜ਼ਾਂ ਹੋਣਗੀਆਂ, ਤੇ ਫਿਰ ਤੇ ਹੈ ਗੱਲ। ਇਹ ਉਸੇ ਦੇ ਅਮੈਂਡਸ ਨੇ, the hands that gave you the wounds must give you the cure. This is the cure. सिद्धू साहब, आप लोगों की बात करते हो, आज ये मिशन भी लेके आए हो। माइनिंग की बात करें तो माइनिंग अभी सीएम के एरिया में भी चल रही है, तो वहाँ जब कॉस आए भी चल रही है, तो लोगों की बात है, वो भी लोगों के लिए ਮੈਨੂੰ ਆਉਂਦਾ सर, वो भी तो लोगों की बात है। आपने अनाउंस किया, आप कंसर्न शो करते रहे माइनिंग के लिए, लेकिन सीएम के एरिया में माइनिंग चल रही है। आज का मुद्दा नहीं। ਸਿੱਧੂ ਸਾਹਿਬ ਸਿੱਧੂ ਸਾਹਿਬ ਤੁਹਾਡੇ ਪੰਜਾਬ ਮਾਡਲ ਨੇ ਸਿੱਧੂ ਸਾਹਿਬ ਇਹ ਵਾਲਾ ਮੁੱਦਾ ਕਾਂਗਰਸ ਮੈਨੀਫੈਸਟੋ ਦੇ ਅਹਿਮ ਉੱਪਰ ਪੇਸ਼ ਹੋ ਗਿਆ। ਕਿਹੜਾ ਸਰ? ਸਰ ਮੈਂ ਤੁਹਾਨੂੰ ਕੀ ਕਹਿ ਰਿਹਾ ਕਿ ਹਰੀਸ਼ ਜੀ ਨੇ ਵੀ ਪੰਜਾਬ ਮਾਡਲ ਦੀ ਗੱਲ ਕੀਤੀ ਹੈ ਨਾ। ਇਹ ਕੋਈ ਨਵਜੋਤ ਸਿੰਘ ਸਿੱਧੂ ਕੱਲਾ ਨਹੀਂ ਲਏਗਾ, ਇਹ ਰਾਹੁਲ ਜੀ ਤੋਂ ਜੇ ਅਪਰੂਵ ਹੋਏਗਾ ਤਾਂ ਹੀ ਹੋਏਗਾ, ਇਹ ਮੈਨੀਫੈਸਟੋ ਕਮੇਟੀ ਤੋਂ ਜੇ ਅਪਰੂਵ ਹੋਏਗਾ ਤਾਂ ਹੀ ਹੋਏਗਾ, ਇਹ ਜੇ ਕਾਂਗਰਸ ਅਪਰੂਵ ਕਰੇਗੀ ਤਾਂ ਹੀ ਹੋਏਗੀ। ਮੈਂ ਕਾਂਗਰਸ ਦਾ ਪ੍ਰਧਾਨ ਆ, ਪਾਰਟੀ ਆ ਸਰ। ਜੇ ਉਹ ਨਹੀਂ ਅਪਰੂਵ ਕਰਨਗੇ ਤੇ ਇਹਦਾ ਇੱਕ ਕੋਰਸ ਆਫ ਐਕਸ਼ਨ ਹੋਏਗਾ ਸਰ। ਮੈਂ ਦੇਖੋ ਜੀ, ਇਹ ਤੁਹਾਨੂੰ ਤੁਹਾਡੇ ਥਰੂ ਦੱਸਣਾ ਹੈ। ਅਸੀਂ ਕਿਉਂ ਇਹਨੂੰ ਇੱਕ ਮਿੰਟ ਰੁਕੇਗਾ ਯਾਰ, ਮੈਨੂੰ ਜਵਾਬ ਦੇਣ ਦੇਣਾ ਯਾਰ। ਹੁਣ ਤੂੰ ਇਹ ਗਲਤ ਕਰ, ਮੈਂ ਤੁਹਾਨੂੰ ਕਹਿ ਰਿਹਾ ਜਦੋਂ ਮੈਂ ਪਾਰਟੀ ਦਾ ਪ੍ਰਧਾਨ ਕੁਝ ਕਹਿ ਰਿਹਾ ਉਹਦਾ ਮਹੱਤਵ ਨਹੀਂ, ਅਹਿਮੀਅਤ नहीं। ऑल राइट, नेक्स्ट क्वेश्चन। एक मिनट सर। सर, केंद्र सरकार 4 लेबर कोड लेके आ रही है और उसमें जो सबसे ज्यादा इम्पैक्ट पड़ेगा वो पड़ेगा सीजनल लेबर पे, जो अब तक मीडिया में सामने आ रहा है। और किसान आंदोलन के चलते लेबर कोड लागू नहीं हो पाए थे और शायद जनवरी या फरवरी तक वो लागू हो जाएंगे। तो क्या आपके पंजाब मॉडल में जो ये 4 लेबर कोड आएंगे जिसके ऊपर सीजनल लेबर का सबसे ज्यादा नुकसान होगा वो शामिल होंगे? और दूसरा क्वेश्चन ये है कि सर, आपने बीपीएल के बारे में पूछा। पूरे देश में सेंट्रल गवर्नमेंट ने शायद 2011 में सर्वे किया था, करीब 7% जो लोग हैं वो बीपीएल माने थे और उसके हिसाब से हर स्टेट की एक पर्टिकुलर जो है परसेंटेज डिवाइड की हुई है। अगर उससे ज़्यादा आप मजदूर पंजाब में रजिस्टर्ड होते हैं तो क्या वो भी बीपीएल माने जाएंगे? भाई एक सिंपल सा मैंने आंसर दिया था पहले, आपने सुना नहीं मेरे को, कि एनीबडी who's a laborer has to be in the 67%. That is your answer. जो बंदा दिहाड़ी कर रहा है वो पीडीएस का हिस्सा होना ही चाहिए, मैं बोल चुका हूं। नेक्स्ट क्वेश्चन। ਸਿੱਧੂ ਸਾਹਿਬ ਪੰਜਾਬ ਨੂੰ ਨਵੇਂ ਡੀਜੀਪੀ ਮਿਲੇ ਹੈ, ਇਨਸਾਫ ਦੀ ਆਸ ਕੀਤੀ ਜਾ ਸਕਦੀ ਹੈ? ਅੱਜ ਦਾ ਮੁੱਦਾ ਨਹੀਂ, ਚਿੱਟਾ ਪਰ ਸਿੱਧੂ ਸਾਹਿਬ ਪਾਰਟੀ ਪ੍ਰੈਜ਼ੀਡੈਂਟ 84 ਤੁਹਾਡੇ ਕੋਲ ਐਮਐਲਏ ਨੇ, ਕਿੱਡੀ ਕੀ ਵੱਡੀ ਗੱਲ, ਇੱਕ ਦਿਨ ਚ ਕੰਸਟਰਕਸ਼ਨ ਲੈਵਲ ਜਿੰਨੇ ਵੀ ਲੇਬਰ ਹੈਗੇ ਨੇ ਉਹ ਇੱਕ ਦਿਨ ਚ 1 ਘੰਟੇ ਚ ਪੰਜਾਬ ਭਰ ਚ ਰਜਿਸਟਰਡ ਹੋ ਸਕਦੇ। आज सीएम ने कहा कि ये काउंसलर ना ते सरपंच ड्यूटी लगाई भी है, ये नहीं करते काम। ਤੁਸੀਂ 3 ਮਹੀਨੇ ਦਾ ਕਰ ਨਹੀਂ ਸਕੇ ਜੀ, ਤੁਸੀਂ 3 ਮਹੀਨੇ ਕੁਝ ਨਹੀਂ ਕਰ ਸਕੇ, ਤੁਹਾਡੀ ਸਰਕਾਰ ਨਹੀਂ ਕਰ ਸਕੀ। ਤੁਸੀਂ ਹੁਣ ਜਿੰਨਾ ਹੋਵੇ ਉਹਨਾਂ ਚੰਗਾ, ਜਿਨ੍ਹਾਂ ਨੇ ਆਵਾਜ਼ ਬੁਲੰਦ ਕੀਤੀ ਹੈ ਉਹਦੀ ਗੱਲ ਕਰ। ਮੈਂ ਤੇ ਪਹਿਲੇ ਦਿਨ ਦਾ ਇਹੀ ਗੱਲਾਂ ਕਰਦਾ ਮਿੱਤਰਾ, ਕੈਬਨਿਟ ਦੇ ਵਿੱਚ ਵੀ, ਬੰਦ ਕਮਰਿਆਂ ਦੇ ਵਿੱਚ ਵੀ, ਬਾਹਰ ਵੀ, ਲੜਦਾ ਵੀ ਰਿਹਾ, ਛੱਡਦਾ ਵੀ ਰਿਹਾ, ਅੜਦਾ ਵੀ ਰਿਹਾ ਤੇ ਖੜਦਾ ਵੀ ਰਿਹਾ। ਅਗਲਾ ਸਵਾਲ। ਸਿੱਧੂ ਸਾਹਿਬ, ਤੁਹਾਨੂੰ ਕੀ ਲੱਗਦਾ ਕਿ ਮੌਜੂਦਾ ਸਰਕਾਰ ਜਿਹੜੀ ਹੈ ਉਹ ਜਿਹੜਾ ਤੁਸੀਂ ਪੰਜਾਬ ਮਾਡਲ ਦੀ ਗੱਲ ਕਰ ਰਹੇ ਹੋ ਉਹ ਪੁਆਇੰਟਸ ਨੂੰ ਇੰਪਲੀਮੈਂਟ ਨਹੀਂ ਕਰ ਸਕਦੀ ਹੈ, ਜੇ ਤੁਸੀਂ ਗੱਲ ਕਰ ਰਹੇ ਹੋ ਇਨੀਸ਼ੀਏਟ ਨਹੀਂ ਕਰ ਸਕਦੀ? ਮੈਂ ਤਾਂ ਨਹੀਂ ਕਿਹਾ ਹੈ ਜਨਾਬ, योर क्वेश्चन। ਫਿਰ ਕਿਉਂ ਨਹੀਂ ਕਰਦੇ? क्या हो गया आंसर? ਦਿਓ ਜੀ, ਦਿਓ ਜਵਾਬ। मैं तो कहता सर, जवाब ਜਵਾਬ ਦੇ ਦਿਓ ਜੀ, ਜਵਾਬ ਦੇ ਦਿਓ ਇਹਨਾਂ यार ਨੂੰ। रुक जा, चीका को मारता है यार, आराम से जवाब देंगे। सवाल कर, डिबेट लगा, बोलो जी। ਕੋਈ ਨਹੀਂ, ਪੰਜਾਬ ਮਾਡਲ ਜੀ ਦੇ ਗੱਲ ਕਰ जी, ਉਹ ਕੰਮ ਕਰਨਾ ਹੀ ਨਹੀਂ ਕਰ ਸਕਦੀ। ਵਾਟ ਡੋਨਟ ਯੂ ਸਿਟ ਵਿਦ ਦ ਸੀਐਮ ਐਂਡ ਸਟਾਰਟ ਵਰਕਿੰਗ? I have already given these things in a docket form, but I will release them when the time comes. It is not for you to decide when I release it. What I am doing is glimpses of the Punjab model. This is not the complete Punjab model. This is the glimpse. ਕੱਲ ਮੈਂ ਤੁਹਾਨੂੰ ਕਿਹਾ ਸੀਗਾ ਕਿ ਭਾਈ ਅਸੀਂ MSP ਦੇਾਂਗੇ ਦਾਲਾਂ ਤੇ, ਅੱਗੇ ਕਿਸੇ ਨੇ ਕੀਤਾ ਹੈ? ਅੱਗੇ ਕਿਸੇ ਨੇ ਸੋਚਿਆ ਹੈ? ਜਦੋਂ ਤੁਸੀਂ ਬਾਹਰੋਂ ਇੰਪੋਰਟ ਕਰ ਰਹੇ ਹੋ ਤੇ ਪੈਸੇ ਖਰਚ ਰਹੇ ਹੋ ਨਾ, ਤੇ ਜਦੋਂ ਤੁਸੀਂ ਬਾਹਰੋਂ ਇੰਪੋਰਟ ਕਰ ਰਹੇ ਹੋ ਤੇ ਉਦੋਂ ਪੈਸੇ ਖਰਚ ਰਹੇ ਹੋ ਤੇ ਉਹ ਪੈਸੇ ਸਾਈਡ ਤੇ ਰੱਖ ਲਓ ਤੇ ਇੱਕ ਜ਼ੋਨ ਤੇ ਦਾਲਾਂ ਉਗਾ ਲਓ
ਤੁਹਾਡਾ ਪਾਣੀ ਵੀ ਬਚਿਆ, ਤੁਹਾਡਾ ਸਾਰਾ ਕੁਝ ਬਚਿਆ ਤੇ ਤੁਸੀਂ ਪੈਸੇ ਦੇਤੇ ਤੇ ਪ੍ਰੋਕਿਉਰਮੈਂਟ ਦੇ ਲਈ 5 ਤੇ ਜਿਸ ਤਰ੍ਹਾਂ ਹਰਿਆਣਾ ਕਰਦਾ ਹੈ, ਕੋਈ ਇਹ ਤਾਂ ਨਹੀਂ ਹੈ ਵੀ ਰਾਕਟ ਸਾਈਜ਼ ਨਹੀਂ ਹੁੰਦੀ, ਜਿਸ ਤਰ੍ਹਾਂ ਉਹਦੀ ਪ੍ਰੋਸੈਸਿੰਗ ਕਰਦਾ ਹੈ, ਪ੍ਰੋਸੈਸਿੰਗ ਬਿਰਲੇ ਟਾਟੇ ਕਿਉਂ ਕਰਦੇ ਆ? ਇਹ ਜਿਹੜੇ ਮਿਨਿਸਟਰ ਸਾਡੇ ਬਣੇ ਆ, ਇਹ ਬਿਰਲੇ ਟਾਟਿਆਂ ਦਾ ਹੀ ਉਦਘਾਟਨ ਕਿਉਂ ਕਰਦੇ ਆ? ਇਹ ਸਰਕਾਰ ਦੀ ਪ੍ਰੋਸੈਸਿੰਗ ਕਿਉਂ ਨਹੀਂ? ਮੈਂ ਕੀ ਕਿਹਾ ਕਿ ਵੇਅਰ ਹਾਊਸਿੰਗ ਕਾਰਪੋਰੇਸ਼ਨ ਪੰਜਾਬ ਸਰਕਾਰ ਦੀ ਹੈ। ਇਸ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਵਿੱਚ ਆਪਣਾ ਅਨਾਜ ਸਟੋਰ ਕਰ ਸਕਦਾ ਕਿਸਾਨ, ਔਰ ਉਹ ਸਟੋਰ ਕਰਕੇ ਉਸੇ ਵੇਲੇ 80% ਉਹਦੀ ਕੀਮਤ ਐਜ਼ ਲੋਨ ਲੈ ਸਕਦਾ, ਤੇ ਜੇ ਬਾਅਦ ਦੇ ਵਿੱਚ 6 ਮਹੀਨਿਆਂ ਦੇ ਬਾਅਦ ਉਹ ਵੇਚਣਾ ਚਾਹੇ ਤੇ ਉਹਨੂੰ ਵੇਚ ਕੇ ਉਸੇ ਵਕਤ ਉਹ ਆਪਦਾ ਲੋਨ ਚੁਕਾ ਸਕਦਾ। That is interest free. Number one. Why do I say that? Why do I say that? Because most farmers have perishable commodities. ਉਹਨਾਂ ਨੂੰ ਬਾਰਿਸ਼ ਵੀ ਖਾ ਜਾਂਦੀ ਹੈ, ਉਹਨਾਂ ਨੂੰ ਹਵਾ ਵੀ ਖਾ ਜਾਂਦੀ ਹੈ। ਟਮਾਟਰ ਹੈ 3 ਰੁਪਏ ਦਾ ਮਿਸਰਾ, ਤੇ ਜੇ ਕਿਸਾਨ ਨੇ ਉਹ ਅਡਾਨੀ ਦੇ ਸਟੋਰੇਜ ਤੋਂ ਖਰੀਦਣਾ ਹੋਵੇ 4 ਮਹੀਨਿਆਂ ਬਾਅਦ ਤੇ 60 ਦਾ, ਉਹ ਜਦੋਂ ਰੇਹੜੀ ਲੈ ਕੇ ਜਾਂਦਾ, ਆਪਦੀ ਪੂਰੀ ਟਰਾਲੀ ਲੈ ਕੇ ਜਾਂਦਾ ਹੈ, ਤੇ ਉਹ ਕਹਿੰਦਾ ਯਾਰ 5 ਲੈ ਲਓ, 5 ਰੁਪਏ ਕਿਲੋ। ਹਾਂਜੀ, ਤੇ 5 ਰੁਪਏ ਕਿਲੋ ਤਾਂ ਕੋਈ ਲੈਂਦਾ ਨਹੀਂ, ਅਗਲੇ ਨੂੰ ਦਿਖਦਾ ਵੀ ਗਲ ਜੂ, ਅਗਲੇ ਦਾ 3 ਉਹ ਦੇ ਜਾਂਦਾ, ਸ਼ਾਮ ਨੂੰ 25 ਦਾ ਵੇਚਦਾ। ਇਹਨੇ ਸੋਚਿਆ 1.5 ਸਾਲ ਹੋ ਗਏ ਚੀਕਾਂ ਮਾਰਦੇ ਨਵਜੋਤ ਸਿੰਘ ਸਿੱਧੂ ਨੂੰ, ਸੋਚਿਆ ਕਿ ਇਹਨੇ ਕਿਹਾ, ਤੇ ਉਦੋਂ ਬਾਅਦ ਜੇ ਉਹ ਸਟੋਰੇਜ 'ਚ ਚਲਾ ਜਾਂਦਾ ਭਾਵੇਂ ਸੇਬ ਹੋਵੇ, ਤੇ 6 ਮਹੀਨੇ ਬਾਅਦ ਕਿਸਾਨ ਨੇ ਘਰੇ ਸਬਜ਼ੀ ਬਣਾਉਣੀ ਹੈ ਤੇ ਉਹ 60 ਦਾ ਲੈਂਦਾ। ਤੇ ਦੁਨੀਆ ਦੇ ਵਿੱਚ ਕੋਈ ਐਸਾ ਬੰਦਾ ਹੈ ਜਿਹੜਾ ਆਪਦੀ ਚੀਜ਼ ਦੀ ਕੀਮਤ ਦੂਜੇ ਤੋਂ ਤੈਅ ਕਰਾਵੇ? ਤੇ ਸਰਕਾਰ ਕਿਉਂ ਨਹੀਂ ਬਣਾਉਂਦੀ ਕੋਲਡ ਸਟੋਰੇਜ, ਕਿਉਂ ਨਹੀਂ ਦਿੰਦੀ ਸਟੋਰੇਜ ਕਿਸਾਨ ਨੂੰ? ਤੇ ਉਹ ਦੇ ਦੇ 80% ਉਹਨੂੰ ਉਦੋਂ ਦੇ ਦੇ। ਕਿਸੇ ਨੇ ਅੱਜ ਤੱਕ ਬੋਲਿਆ 70 ਸਾਲਾਂ 'ਚ ਇਹ? ਹਾਂਜੀ, ਅਗਲਾ ਸਵਾਲ। ਹਾਂਜੀ ਬੋਲੋ। पिछले महीने से सेंट्रल गवर्नमेंट ने लेबर कार्ड बनाना चालू कर दिया, हरी कार्ड जी, आपकी स्कीम जो है उससे भिन्न है या वही सेम ही है? किनकी जी? सेंट्रल गवर्नमेंट ने भी लेबर कार्ड बनाने चालू किए। मैं कह रहा यार हमारी स्कीम वो नहीं है, हमारी तो अर्बन गारंटी है गुरु, किसी ने दी है आज तक? ठीक है यार, इट्स अ डिफरेंट थिंग ऑल टुगेदर। इट इज अ गवर्नमेंट, इट इज अ स्टेट गवर्नमेंट थिंग। वाई वुड बी ये पंजाब सरकार का उन्होंने की ताल्लुक है भाई? उन्होंने दी अर्बन गारंटी।